ਅਤੇ ਉਹ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ ਅਤੇ ਸਭ ਕੌਮਾਂ ਉਹਦੇ ਵੱਲ ਵਗਣਗੀਆਂ। ਬਹੁਤੀਆਂ ਉਮਤਾਂ ਆਉਣਗੀਆਂ ਅਤੇ ਆਖਣਗੀਆਂ, ਆਓ ਅਸੀਂ ਯਹੋਵਾ ਦੇ ਭਵਨ ਉੱਤੇ, ਯਾਕੂਬ ਦੇ ਪਰਮੇਸ਼ਰ ਦੇ ਭਵਨ ਵੱਲ ਚੜ੍ਹੀਏ, ਪਾਈਓ ਸਾਨੂੰ ਆਪਣੇ ਰਾਹ ਵਿਖਾਵੇ ਅਤੇ ਅਸੀਂ ਉਹਦੇ ਮਾਰਗਾਂ ਦੇ ਵਿੱਚ ਚੱਲੀ। ਕੋਈ ਸਮਾਂ ਆਉਣ ਵਾਲਾ ਹੈ ਜਦੋਂ ਇਹ ਧਰਤੀ ਬੜੀ ਸ਼ਾਂਤ ਹੋ ਜਾਏਗੀ। ਕੱਲ ਦਾ ਸੰਦੇਸ਼ ਸੀ ਕਿ ਇਹ ਧਰਤੀ ਟੁੱਟ ਭੱਜ ਜਾਵੇਗੀ ਔਰ ਇਹਦੇ ਉੱਤੇ ਬੜੇ ਲੜਾਈਆਂ ਤੇ ਬੜੇ ਝਗੜੇ ਹੋਣਗੇ ਔਰ ਉਹ ਅੱਜ ਹੋ ਰਹੇ ਨੇ। ਔਰ ਇਹ ਧਰਤੀ ਹੁਣ ਇਹਨਾਂ ਲੜਾਈਆਂ ਦੇ ਮਗਰੋਂ ਬੜੀ ਸ਼ਾਂਤ ਹੋ ਜਾਏਗੀ, ਕਿਉਂਕਿ ਧਰਤੀ ਦਾ ਮਾਲਕ ਸਾਡਾ ਖੁਦਾਵੰਦ ਯਿਸੂ ਮਸੀਹ ਆਪ ਇਸ ਧਰਤੀ ਦੇ ਉੱਤੇ 1000 ਸਾਲ ਰਾਜ ਕਰਨ ਦੇ ਲਈ ਆਵੇਗਾ, ਜਿਹਦੀਆਂ ਲਿਖਤਾਂ ਅੱਜ ਥੋੜੇ ਸਮੇਂ ਦੇ ਵਿੱਚ ਦੱਸੀਆਂ ਜਾਂਦੀਆਂ ਨੇ ਜਾਂ ਅਸੀਂ ਉਹਨਾਂ ਨੂੰ ਪੜ੍ਹ ਲੈਂਦੇ ਹਾਂ। तो पहली गल है कि भूमि नूं तैयार करना जिहदे उत्ते साडे खुदावंद यीशु मसीह दा राज होवेगा। और असीं यशाया नूं पुछदे हां, यशाया एक मेन नबी है और यशाया की पत्नी भी नबिया है और दो दे पुत्र ने। एक छोटा जा परिवार यहोवा दे चरना विच पाया जाता है। और यशाया कहता है, मैं तुहाडे सामने पढ़ना चाहता हाँ 4थी आयत, ओ कौमां विच न्याय करेगा ਅਤੇ ਬਹੁਤੀਆਂ ਕੌਮਾਂ ਦਾ ਫੈਸਲਾ ਕਰੇਗਾ। ਉਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾੜੇ ਬਣਾਉਣਗੇ ਅਤੇ ਆਪਣੇ ਬਰਸ਼ਿਆਂ ਨੂੰ ਦਾਤ ਕੌਮ ਕੌਮ ਉੱਤੇ ਚੜਾਈ, ਕੌਮ ਕੌਮ ਉੱਤੇ ਤਲਵਾਰ ਨਾ ਚੁੱਕੇਗੀ। ਉਹ ਫਿਰ ਕਦੀ ਵੀ ਲੜਾਈ ਨਾ ਸਿੱਖਣਗੇ। ਇਹ ਯਾਕੂਬ ਦੇ ਘਰਾਣਿਓ ਆਓ, ਅਸੀਂ ਯਹੋਵਾ ਦੇ ਚਾਨਣ ਵਿੱਚ ਚੱਲੀ। ਪਹਿਲੇ ਲੋਕਾਂ ਨੂੰ ਤਿਆਰ ਕੀਤਾ ਜਾ ਰਿਹਾ ਹੈ, ਫਿਰ ਜਿੱਥੇ ਸਾਡੇ ਯੀਸ਼ੂ ਮਸੀਹ ਦਾ ਤਖਤ ਹੋਵੇਗਾ ਔਰ ਉਹ ਜਗ੍ਹਾ ਖਾਸ ਹੋਵੇਗੀ 1000 ਸਾਲੇ ਰਾਜ ਦੇ ਲਈ। ਔਰ ਲਿਖਤ ਕਹਿੰਦੀ ਹੈ 2 ਦੀ 2 ਆਖਰੀ ਦਿਨਾਂ ਦੇ ਵਿੱਚ ਇਉਂ ਹੋਵੇਗਾ ਕਿ ਯਹੋਵਾ ਦੇ ਭਵਨ ਦਾ ਪਰਬਤ ਪਹਾੜਾਂ ਦੇ ਸਿਰੇ ਉੱਤੇ ਕਾਇਮ ਕੀਤਾ ਜਾਵੇਗਾ ਅਤੇ ਉਹ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ। ਕੋਈ ਪਹਾੜ ਉਹਦੇ ਜਿੰਨਾ ਉੱਚਾ ਨਹੀਂ ਹੋਵੇਗਾ। ਲਾਗੇ ਪਹਾੜੀਆਂ ਹੋਣਗੀਆਂ, ਪਹਾੜ ਹੋਣਗੇ, ਪਰ ਸਭ ਤੋਂ ਉੱਚਾ ਪਹਾੜ ਹੱਥ ਉਠਾ ਕੇ ਕਹਿੰਦਾ ਸਾਡੇ ਸ਼ਾਂਤੀ ਦੇ ਰਾਜਕੁਮਾਰ, ਰਾਜਿਆਂ ਦੇ ਰਾਜੇ ਪ੍ਰਭੂ ਯਿਸੂ ਮਸੀਹ ਦਾ ਹੋਵੇਗਾ। ਰੱਬ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। तो ਅਸੀਂ ਵੇਖਦੇ ਹਾਂ ਕਿ ਜੇ ਕੋਈ ਅੱਜ ਦੇ ਦਿਨਾਂ ਨੂੰ ਵੇਖੇ ਤੇ ਉਹ ਸੋਚੇਗਾ ਭਾਈ 1000 ਸਾਲਾ ਰਾਜ ਇੱਥੇ ਕਿੱਥੇ ਹੋਣਾ ਹੈ। ਨਹੀਂ, ਸਾਡਾ ਪ੍ਰਭੂ ਸਭ ਕੁਝ ਕਰਨ ਦੀ ਸ਼ਕਤੀ
ਰੱਖਦਾ ਹੈ। ਉਹ ਸਭ ਕੁਝ ਕਰਨ ਦੀ ਸ਼ਕਤੀ ਰੱਖਦਾ ਹੈ। ਔਰ ਉਸਨੇ ਕਹਿ ਦਿੱਤਾ ਹੈ, ਉਹਨੇ ਆਖ ਦਿੱਤਾ ਹੈ ਕਿ ਉਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾੜੇ ਬਣਾਉਣਗੇ ਅਤੇ ਆਪਣੇ ਬਰਸ਼ਿਆਂ ਨੂੰ ਦਾਤ ਬਣਾਉਣਗੇ। और फिर कौम कौम उत्ते चढ़ाई नहीं करेगी, क्योंकि कौन आ रहा है? शांति दा राजकुमार आ रहा है। शांति दा राजकुमार कौन है? अजे असी यशाया नूं पुछी जाना है, फिर जाके असी थोड़ा जा मीका नूं पुछांगे, क्योंकि सब लिखतां ने ਜਿਹੜੀਆਂ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਵੇਖਦੇ ਹਾਂ, ਇਹ ਕਿਸੇ ਮਨੁੱਖ ਦੀ ਲਿਖਤ ਨਹੀਂ, ਇਹ ਕਿਸੇ ਮਨੁੱਖ ਦਾ ਗਿਆਨ ਨਹੀਂ ਹੈ। ਤੋ ਅਸੀਂ ਯਸ਼ਾਇਆ ਨੂੰ ਪੁੱਛਿਆ ਹੈ ਔਰ ਲਿਖਤ ਕਹਿੰਦੀ ਹੈ ਕਿ ਸਿਯੋਨ ਦਾ ਪਰਬਤ, ਜਾਣੇ ਕਿ ਸਿਯੋਨ ਉਹ ਜਗ੍ਹਾ ਹੈ ਜਿੱਥੇ ਕਦੇ ਯਹੋਵਾ ਪਰਮੇਸ਼ਰ ਨੇ ਅਬਰਾਹਾਮ ਨੂੰ ਘੱਲਿਆ ਸੀ, ਔਰ ਜਦ ਉਸਨੇ ਉਹਨੂੰ ਘੱਲਿਆ ਸੀ ਔਰ ਯਰੂਸ਼ਲਮ ਦੇ ਟਿੱਬੇ ਦੇ ਉੱਤੇ ਆਇਆ ਸੀਗਾ, ਜਿਸ ਦਾ ਮਤਲਬ ਲਿਖਤ ਕਹਿੰਦੀ ਹੈ ਕਿ ਉਹ ਆਪਣਾ ਮੁੱਕਾ यरूशलेम के टिब्बे दे उत्ते विखावेगा। और ये एक होर पासा है, पर मैं यरूशलेम नूं और उस दे पहाड़ां और पहाड़ियां दे सिरे उत्ते जिहड़ा यीशु मसीह दा पर्वत है, यहोवा दा भवन है, उस नूं उच्चा करन दे लई मैं तुहाडे सामने लिखत रखी है। और लिखत जिहड़ी है वो ये भी दस रही है, और ये दूसरी चौथी लिखत है यशाया 2:4, वो कौमां विच न्याय करेगा, वो बहुतियां कौमां दा फैसला करेगा, वो अपनियां तलवारां नूं कुट के फाड़े बनाउणगे अते अपने बरशियां नूं दात। कौम कौम उत्ते चढ़ाई, कौम कौम उत्ते तलवार ना चुकेगी, वो फिर भी कदी लड़ाई ना सीखणगे, वो फिर कदे लड़ाई ना सीखणगे। जाने की लड़ाई मुक जावेगी दुनिया दी उतों कदों जदों शांति दे राजकुमार दा तख्त तैयार होवेगा और उस सिय्योन दा पहाड़ होवेगा। तो यशाया नूं दूसरी गल पुछनी चाहुंदे आ कि शांति दा राजकुमार कौन होवेगा। यशाया 9:6 विच लिखिया, साडे लई एक बालक जम्मिया, सानू एक पुत्र बख्शिया गया, राज ओदे मोढियां ते होवेगा, ओदा नाम इउं सद्या जाएगा, आश्चर्य, सलाहू, शक्तिमान परमेश्वर, अनादि पिता अते शांति दा राजकुमार। मेरे अजीजों, इस राजकुमार ने इस धरती के उत्ते 1000 साला राज करने वास्ते आना है, और उहदे आउण तो पहले एक धरती तैयार हो जाएगी और सिय्योन दा पहाड़ पहाड़ां दे सिरे ते कायम कर दिता जाएगा। जाने कि ओदे तो उच्चा होर कोई पहाड़ नहीं होवेगा, बस वही एक उच्चा पहाड़ होवेगा। और लिखत कहती है कि
5ਵੀਂ ਆਇਤ, हे ਯਕੂਬ ਦੇ ਘਰਾਣੇ, ਆਓ ਅਸੀਂ ਯਹੋਵਾ ਦੇ ਚਾਨਣ ਵਿੱਚ ਚੱਲੀਏ। ਤੂੰ ਤਾਂ ਆਪਣੀ ਪਰਜਾ ਯਕੂਬ ਦੇ ਘਰਾਣੇ ਨੂੰ ਛੱਡ ਦਿੱਤਾ। ਯਾਦ ਰੱਖੋ, ਇਹ ਪਹਿਲੀਆਂ ਗੱਲਾਂ ਨੇ, ਪਰ ਹੁਣ ਯਕੂਬ ਦੇ ਘਰਾਣੇ ਦੇ ਲਈ, ਵਿਦ ਸਾਰੀ ਦੁਨੀਆ ਦੇ ਲਈ ਇਹ ਇੱਕ ਉੱਚਾ ਪਹਾੜ ਹੋਵੇਗਾ। ਆਓ ਅਸੀਂ ਮੀਕਾ ਨੂੰ ਪੁੱਛਦੇ ਹਾਂ। ਮੀਕਾ ਸਾਨੂੰ ਜ਼ਰੂਰ ਦੱਸੇਗਾ। ਮੀਕਾ 4 ਔਰ ਉਸ ਦੀਆਂ ਪਹਿਲੀਆਂ ਆਇਤਾਂ ਮੈਂ ਤੁਹਾਡੇ ਸਾਹਮਣੇ ਰੱਖਣੀਆਂ ਚਾਹੁੰਦਾ ਹਾਂ। ਲਿਖਿਆ ਹੈ, ਆਖਰੀ ਦਿਨਾਂ ਵਿੱਚ ਇਉਂ ਹੋਵੇਗਾ ਕਿ ਯਹੋਵਾ ਦੇ ਭਵਨ ਦਾ ਪਰਬਤ ਪਹਾੜਾਂ ਦੇ ਸਿਰ ਤੇ ਕਾਇਮ ਕੀਤਾ ਜਾਵੇਗਾ। ਉਹ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ ਅਤੇ ਊਮਤਾਂ ਉਸ ਵੱਲ ਵਗਣਗੀਆਂ। ਬਹੁਤੀਆਂ ਕੌਮਾਂ ਆਉਣਗੀਆਂ ਅਤੇ ਆਖਣਗੀਆਂ, ਆਓ ਅਸੀਂ ਯਹੋਵਾ ਦੇ ਪਰਬਤ ਉੱਤੇ ਯਾਕੂਬ ਦੇ ਭਵਨ ਨੂੰ ਚੜੀਏ, ਯਾਕੂਬ ਦੇ ਪਰਮੇਸ਼ਰ ਦੇ ਭਵਨ ਨੂੰ ਚੜੀਏ, ਭਾਈ ਉਹ ਸਾਨੂੰ ਰਾਹ ਸਿਖਾਵੇ ਅਤੇ ਅਸੀਂ ਉਹਦੇ ਮਾਰਗਾਂ ਵਿੱਚ ਚੱਲੀਏ। ਜ਼ਬੂਰ ਵਿੱਚ ਕਿਤੇ ਖੁਦਾ ਨੇ ਬੜੇ ਜ਼ੋਰ ਨਾਲ ਕਿਹਾ ਹੋਇਆ ਹੈ, ਸਿਖਾਵਾਂਗਾ ਤੈਨੂੰ, ਵਿਖਾਵਾਂਗਾ ਰਾਹ, ਮੇਰੀ ਅੱਖੀਆਂ ਤੈਨੂੰ ਦੇਖਣ ਸਦਾ। ਪ੍ਰਭੂ ਬਹੁਤ ਵੱਡੀ ਬਰਕਤ ਦੇਵੇ। ਅਸੀਂ ਜਦੋਂ ਪੁੱਛਿਆ ਹੈ ਮੀਕਾ ਨੂੰ, ਤੇ ਮੀਕਾ ਦੱਸ ਰਿਹਾ ਹੈ ਭਾਈ ਇਸੇ ਤਰ੍ਹਾਂ ਹੀ ਹੋਵੇਗਾ। ਮੀਕਾ ਦੱਸ ਰਿਹਾ ਜਿਸ ਤਰ੍ਹਾਂ ਯਸ਼ਾਇਆ ਨੇ ਕਿਹਾ ਇਸੇ ਤਰ੍ਹਾਂ ਹੀ ਹੋਵੇਗਾ। ਪਰ ਉੱਥੇ ਯਸ਼ਾਇਆ ਦੇ ਵਿੱਚ ਇਸਰਾਇਲ ਦਾ ਜ਼ਿਕਰ ਕੀਤਾ ਗਿਆ, ਮੀਕਾ ਵਿੱਚ ਸਾਰੀਆਂ ਕੌਮਾਂ ਦਾ ਜ਼ਿਕਰ ਕੀਤਾ ਗਿਆ ਹੈ। ਔਰ ਜਦੋਂ ਸਾਰੀਆਂ ਕੌਮਾਂ ਦਾ ਜ਼ਿਕਰ ਕੀਤਾ ਗਿਆ ਹੈ ਤੇ ਸਾਨੂੰ ਫਿਰ ਬੇਹੱਦ ਖੁਸ਼ੀ ਆ, ਕਿਉਂਕਿ ਸਾਨੂੰ ਕੌਮਾਂ ਵਿੱਚੋਂ ਉਸਨੇ ਆਪਣੀ ਦੁਲਹਨ ਕਰਕੇ ਚੁਣਿਆ ਹੈ। ਔਰ ਉਸਨੇ ਸਾਨੂੰ ਦੁਲਹਨ ਕਰਕੇ ਔਰ ਅਸੀਂ ਦੇਖਦੇ ਹਾਂ ਕਿ ਚੁਣਿਆ ਹੈ। ਔਰ ਸਾਨੂੰ ਇਹ ਵੀ ਖੁਸ਼ੀ ਹੈ ਕਿ ਰਾਜ ਕਰਨ ਤੋਂ ਪਹਿਲਾਂ ਉਹ ਆਪਣੀ ਦੁਲਹਨ ਨੂੰ ਧਰਤੀ ਦੇ ਉੱਤੋਂ ਲੈ ਕੇ ਜਾਵੇਗਾ। ਮੈਂ ਉਧਰ ਨੂੰ ਫਿਰ ਤੁਹਾਨੂੰ ਲੈ ਕੇ ਜਾਵਾਂਗਾ, ਪਰ ਮੇਰੇ ਨਾਲ ਤੁਸੀਂ ਜ਼ਬੂਰ 22 ਦੇ ਵਿੱਚ ਜ਼ਰੂਰ ਆਓ। ਜ਼ਬੂਰ 22 ਦੇ ਵਿੱਚ ਆ ਜਾਓ। ਉੱਥੇ ਅਸੀਂ ਸਿੱਖਾਂਗੇ ਕਿ ਕਿਸ ਤਰ੍ਹਾਂ ਸਾਡਾ ਖੁਦਾ ਮੁਬਾਰਕ ਹੈ। ਜ਼ਬੂਰ 22 ਦੀ ਕੁਝ ਆਇਤ ਮੈਂ ਤੁਹਾਡੇ ਸਾਹਮਣੇ ਰੱਖ ਦਿੰਦਾ ਹਾਂ ਔਰ ਅਸੀਂ ਉਸ ਨੂੰ ਪੜ੍ਹਨ ਦੇ ਲਈ ਜਾ ਰਹੇ ਹਾਂ। ਜ਼ਬੂਰ 22 ਔਰ ਉਸ ਦੀ ਕੁਝ ਆਇਤਾਂ ਨੇ ਜਿਹੜੀਆਂ ਮੈਂ ਤੁਹਾਡੇ ਸਾਹਮਣੇ ਰੱਖਣੀਆਂ ਨੇ। ਔਰ ਜ਼ਬੂਰ 22 ਦੀ 28 ਹੈ ਔਰ 29 ਹੈ, 30 ਹੈ, 31 ਹੈ ਔਰ ਮੈਂ 28 ਤੋਂ ਸ਼ੁਰੂ ਕਰਦਾ ਹਾਂ। ਲਿਖਿਆ ਹੈ, ਕਿਉਂ ਜੋ ਰਾਜ ਯਹੋਵਾ ਦਾ ਹੈ ਅਤੇ ਕੌਮਾਂ ਉੱਤੇ ਉਹ ਹਾਕਮ ਹੈ। ਉਹਨੇ ਦੱਸਿਆ ਕਿਉਂ ਜੋ ਰਾਜ ਯਹੋਵਾ ਦਾ ਹੈ ਤੇ ਕੌਮਾਂ ਦੇ ਉੱਤੇ ਉਹ ਹਾਕਮ ਹੈ। ਧਰਤੀ ਦੇ ਸਾਰੇ ਮੋਟੇ ਲੋਕ ਖਾਣਗੇ ਅਤੇ ਉਹਨੂੰ ਮੱਥਾ ਟੇਕਣਗੇ। ਔਰ ਲਿਖਿਆ ਹੈ, ਉਹ ਸਭੇ ਜੋ ਖਾਕ ਵਿੱਚ ਉਤਰਦੇ ਨੇ ਅੱਗੇ ਉਹਦੇ ਅੱਗੇ ਝੁਕਣਗੇ
ਅਤੇ ਕੋਈ ਆਪਣੀ ਜਾਨ ਬਚਾ ਨਹੀਂ ਸਕੇਗਾ। ਇਹਦਾ ਮਤਲਬ ਹੈ ਕਿ ਕੌਮਾਂ ਹੋਣਗੀਆਂ ਲੇਕਿਨ ਉਹਨਾਂ ਵਿੱਚ ਮੁਕਤੀ ਪਾਏ ਹੋਏ ਲੋਕ ਜਿਹੜੇ ਨੇ ਉਹ ਰਾਜੇ ਹੋਣਗੇ ਤੇ ਸਾਡਾ ਪ੍ਰਭੂ ਰਾਜਿਆਂ ਦਾ ਰਾਜਾ ਹੋਵੇਗਾ। ਕੌਮਾਂ ਜ਼ਰੂਰ ਹੋਣਗੀਆਂ, ਉਹ ਸਜਦਾ ਵੀ ਕਰਨਗੀਆਂ, ਉਹ ਆ ਕੇ ਝੁਕਣਗੀਆਂ ਵੀ, ਪਰ ਜੇ ਤੁਸੀਂ ਆਖੋ ਭਈ ਉਹ ਆਪਣੀ ਜਾਨ ਬਚਾ ਲੈਣ ਤੇ ਇਹ ਹੋ ਨਹੀਂ ਸਕੇਗਾ, ਕਿਉਂਕਿ ਜਾਨ ਇਹਨਾਂ ਦਿਨਾਂ 'ਚ ਬਚ ਸਕਦੀ ਹੈ। ਤੌਬਾ ਇਹਨਾਂ ਦਿਨਾਂ ਵਿੱਚ ਹੋ ਸਕਦੀ ਹੈ। ਯਿਸੂ ਮਸੀਹ ਦੇ ਨਾਮ ਪਾਪਾਂ ਦੀ ਮਾਫੀ ਵਿੱਚ, ਯਿਸੂ ਮਸੀਹ ਦੇ ਨਾਮ 'ਚ ਬਪਤਿਸਮਾ ਇਹਨਾਂ ਦਿਨਾਂ ਵਿੱਚ ਲਿਆ ਜਾ ਸਕਦਾ ਹੈ। ਅਗਰ ਇਹ ਦਿਨ ਨਿਕਲ ਜਾਂਦੇ ਨੇ ਤੇ ਫਿਰ ਕਿਰਪਾ ਦੇ ਸਿੰਘਾਸਨ ਦੇ ਉੱਤੇ ਪ੍ਰਭੂ ਉੱਠ ਜਾਵੇਗਾ ਔਰ ਫਿਰ ਕਿਰਪਾ ਦਾ ਸਿੰਘਾਸਨ ਨਹੀਂ ਹੋਵੇਗਾ। ਮੇਰੇ ਅਜੀਜ਼ੋ, ਮੁਬਾਰਕ ਨੇ ਉਹ ਭੈਣਾਂ ਭਰਾ ਜਿਹੜੇ ਕਿਰਪਾ ਦੇ ਦਿਨਾਂ ਵਿੱਚ ਰਹਿ ਕੇ ਆਪਣੇ ਪ੍ਰਭੂ ਦੀ ਪਹਿਚਾਣ ਕਰ ਰਹੇ ਹਨ। ਅਜੇ ਮੈਂ ਤੁਹਾਨੂੰ ਸਿਰਫ ਜਗ੍ਹਾ ਹੀ ਦੱਸ ਰਿਹਾ ਹਾਂ ਕਿ ਕਿਸ ਤਰ੍ਹਾਂ 1000 ਸਾਲਾ ਰਾਜ ਸ਼ੁਰੂ ਹੋਵੇਗਾ ਔਰ ਕੱਲ ਅਸੀਂ ਇਸ ਦਾ ਦੂਸਰਾ ਭਾਗ ਲਵਾਂਗੇ। ਅੱਜ ਇਹ ਪਹਿਲਾ ਭਾਗ ਹੈ, ਕੱਲ ਅਸੀਂ ਇਸ ਨੂੰ ਦੂਸਰੇ ਭਾਗ ਵਿੱਚ ਲਵਾਂਗੇ। ਔਰ ਵਚਨ ਕਹਿੰਦਾ ਹੈ ਕਿ 29 ਆਇਤ, ਧਰਤੀ ਦੇ ਸਾਰੇ ਮੋਟੇ ਲੋਕ ਖਾਣਗੇ ਅਤੇ ਉਹਨੂੰ ਮੱਥਾ ਟੇਕਣਗੇ ਅਤੇ ਸਭੇ ਜੋ ਖਾਕ ਵਿੱਚ ਉਤਰਦੇ ਹਨ ਉਹਦੇ ਅੱਗੇ ਝੁਕਣਗੇ ਅਤੇ ਕੋਈ ਆਪਣੀ ਜਾਨ ਜਿਉਂਦੀ ਨਾ ਰੱਖ ਸਕੇਗਾ। ਲਿਖਿਆ ਇੱਕ ਵੰਸ਼ ਇੱਕ ਪੀੜ੍ਹੀ ਉਹਦੀ ਸੇਵਾ ਕਰੇਗੀ, ਉਹ ਪ੍ਰਭੂ ਦੀ ਪੀੜ੍ਹੀ ਕਰਕੇ ਗਿਣਿਆ ਜਾਵੇਗਾ। ਇੱਕ ਵੰਸ਼ ਉਹਦੀ ਸੇਵਾ ਕਰੇਗਾ, ਉਹ ਪ੍ਰਭੂ ਦਾ ਵੰਸ਼ ਕਰਕੇ ਪੀੜ੍ਹੀ ਕਰਕੇ ਗਿਣਿਆ ਜਾਵੇਗਾ। ਔਰ ਇੱਥੇ 31 ਆਇਤ ਕਹਿੰਦੀ ਹੈ, ਉਹ ਆਉਣਗੇ ਅਤੇ ਉਹਦਾ ਧਰਮ ਜਨਮ ਲੈਣ ਵਾਲੀ ਪਰਜਾ ਨੂੰ ਦੱਸਣਗੇ, ਭਾਈ ਉਹਨੇ ਹੀ ਇਹ ਸਭ ਕੀਤਾ ਹੈ। ਕੀ ਕੀਤਾ ਹੈ? ਉਹਨੇ ਸਭ ਕੁਝ ਕੀਤਾ ਹੈ। ਜਦੋਂ ਅਸੀਂ ਪਿੱਛੇ ਜਾਂਦੇ ਹਾਂ, ਉਹਨੇ ਸਭ ਕੁਝ ਕੀਤਾ ਹੈ। ਕਿੱਥੇ ਅਸੀਂ ਜਾਂਦੇ ਹਾਂ? ਜਦੋਂ ਅਸੀਂ ਉਤਪਤੀ ਦੀ ਕਿਤਾਬ ਦੇ ਅੰਦਰ ਚਲੇ ਜਾਂਦੇ ਹਾਂ ਤੇ ਲਿਖਿਆ ਉਸਨੇ ਚੰਦ ਸੂਰਜ ਸਿਤਾਰਿਆਂ ਨੂੰ ਬਣਾਇਆ। ਔਰ ਜਦੋਂ ਅਸੀਂ ਵੇਖਦੇ ਹਾਂ ਉਸਨੇ ਜ਼ਮੀਨ ਅਤੇ ਆਸਮਾਨ ਨੂੰ ਬਣਾਇਆ। ਔਰ ਇਹ ਇਕੱਲਾ ਉਹੀ ਹੈ ਜਿਨੇ ਸਭ ਕੁਝ ਬਣਾਇਆ ਹੈ। ਪਰ ਜਦੋਂ ਅਸੀਂ ਅਬਰਾਹਾਮ ਨੂੰ ਵੇਖਦੇ ਹਾਂ, ਉੱਥੇ ਉਹ ਆਪਣੇ ਪੁੱਤਰ ਨੂੰ ਲੈ ਕੇ ਆ ਰਿਹਾ ਹੈ। ਉਹਦੇ ਪੁੱਤਰ ਦੇ ਮੋਢੇ ਦੇ ਉੱਤੇ ਉਹਨੇ ਲੱਕੜੀਆਂ ਰੱਖੀਆਂ ਹੋਈਆਂ ਨੇ ਔਰ ਛੁਰੀ ਤੇ ਅੱਗ ਅਬਰਾਹਾਮ ਨੇ ਆਪ ਫੜੀ ਹੋਈ ਆ। ਇਹ ਤੁਹਾਨੂੰ ਕਿੱਥੇ ਮਿਲਦਾ ਹੈ? ਇਹ ਤੁਹਾਨੂੰ ਉਤਪਤੀ 22 ਅਧਿਆਏ ਵਿੱਚ ਮਿਲੇਗਾ। ਔਰ ਠੀਕ ਤੀਸਰੇ ਦਿਨ ਜਦੋਂ ਦੇ ਲਈ ਦਿੱਤੀ ਹੋਈ ਹੈ। ਔਰ ਮੈਂ ਦੱਸਣਾ ਚਾਹੁੰਦਾ ਕਿ ਉਸਨੇ ਸਾਡੇ ਕੰਮ ਚੁੱਕ ਲਏ। ਯਸ਼ਾਇਆ 53:4 ਸੱਚਮੁੱਚ ਉਸਨੇ ਸਾਡੇ ਕੰਮ ਚੁੱਕ ਲਏ। ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ।
ਅਸੀਂ ਤਿੰਨਾਂ ਲਿਖਤਾਂ ਤੋਂ ਇਹ ਜਾਣ ਚੁੱਕੇ ਹਾਂ ਕਿ ਯਿਸੂ ਮਸੀਹ ਦਾ 1000 ਸਾਲਾ ਰਾਜ ਕਿੱਥੇ ਸ਼ੁਰੂ ਹੋਵੇਗਾ, ਔਰ ਉਹਦੇ ਲਈ ਅਸੀਂ ਕੱਲ ਜ਼ਰੂਰ ਤੁਹਾਨੂੰ ਦੱਸਾਂਗੇ। ਔਰ ਉਹਦੀ ਝਲਕੀ ਨੂਹ ਦੀ ਕਸ਼ਤੀ ਹੈ, ਕਿਉਂਕਿ ਨੂਹ ਦੀ ਕਸ਼ਤੀ ਵਿੱਚ ਵੀ 1000 ਸਾਲਾ ਰਾਜ ਸੀਗਾ, ਔਰ ਬਾਗੇ ਅਦਨ ਦੇ ਵਿੱਚ ਵੀ 1000 ਸਾਲਾ ਰਾਜ ਸੀ, ਪਰ ਉਹ ਆਦਮ 1000 ਸਾਲ ਰਾਜ ਤੱਕ ਜੀ ਨਾ ਸਕਿਆ। ਪਾਪ ਨੇ ਉਸ ਨੂੰ ਸੁੱਟ ਦਿੱਤਾ। ਸਿਰਫ 930 ਵਰੇ ਤੱਕ ਹੀ ਉਹ ਇਸ ਧਰਤੀ ਦੇ ਉੱਤੇ ਰਹਿ ਸਕਿਆ ਹੈ। ਪਰ ਮੇਰੇ ਤੇ ਤੁਹਾਡੇ ਲਈ ਅੱਜ ਮੁਕਤੀ ਦਾ ਚਿੰਨ੍ਹ ਹੈ, ਬਚਾਏ ਜਾਣ ਦਾ ਚਿੰਨ੍ਹ ਹੈ, ਔਰ ਮੌਤ ਤੋਂ ਬਚਾਏ ਜਾਣ ਦਾ ਇੱਕ ਟੋਕਨ ਨਿਸ਼ਾਨ ਹੈ। ਇਸ ਕਰਕੇ ਅੱਜ ਮੇਰੇ ਤੇ ਤੁਹਾਡੇ ਵਾਸਤੇ ਸਮਾਂ ਹੈ, ਕਿਉਂਕਿ ਅਜੇ ਵੀ ਯਿਸੂ ਕਿਰਪਾ ਦੇ ਸਿੰਘਾਸਨ ਦੇ ਉੱਤੇ ਹੈ। 1000 ਸਾਲੇ ਰਾਜ ਦੇ ਸਿੰਘਾਸਨ ਦੇ ਉੱਤੇ ਨਹੀਂ, ਪਰ ਕਿਰਪਾ ਵਾਲੇ ਸਿੰਘਾਸਨ ਦੇ ਉੱਤੇ ਬੈਠਾ ਹੋਇਆ ਹੈ। ਔਰ ਮੇਰੇ ਭਾਈ ਲੋਗੋ, ਅਸੀਂ ਅੱਖਾਂ ਨੂੰ ਬੰਦ ਕਰੀਏ, ਔਰ ਪੌਲਸ ਕਹਿੰਦਾ ਆਪਣੇ ਸਮੇਂ ਨੂੰ ਆਪਣੇ ਲਈ ਲਾਭਦਾਇਕ ਕਰੋ, ਕਿਉਂ ਜੋ ਦਿਨ ਬੁਰੇ ਹਨ। ਔਰ ਅਸੀਂ ਬੁਰੇ ਦਿਨਾਂ ਵਿੱਚ ਰਹਿ ਰਹੇ ਹਾਂ, ਔਰ ਦੂਸਰੇ ਪੱਖ ਤੋਂ ਅਸੀਂ ਮਾਫ ਕਰਨ ਵਾਲੇ ਦਿਨਾਂ ਵਿੱਚ ਰਹਿ ਰਹੇ ਹਾਂ। ਧਰਤੀ ਦੇ ਉੱਤੇ ਬੁਰੇ ਦਿਨ ਨੇ, ਪਰ ਯਿਸੂ ਮਸੀਹ ਨੇ ਸਾਨੂੰ ਮਾਫ ਕਰਨ ਦੇ ਲਈ ਆਪਣਾ ਲਹੂ ਬਹਾਇਆ ਹੈ। ਆਓ ਹੱਥਾਂ ਨੂੰ ਜੋੜਾਂਗੇ, ਬੇਨਤੀ ਵਿੱਚ ਜਾਵਾਂਗੇ। ਪ੍ਰਭੂ ਦੀ ਕਿਰਪਾ ਕਰ, ਅਸੀਂ ਆਪਣੇ ਸਮੇਂ ਨੂੰ ਆਪਣੇ ਲਈ ਲਾਭਦਾਇਕ ਕਰ ਸਕੀਏ, ਔਰ ਖੁਦਾਵੰਦ ਤੇਰੇ ਸਾਹਮਣੇ ਝੁਕ ਸਕੀਏ, ਔਰ ਪ੍ਰਭੂ ਦਿਲ ਜਾਨ ਤੋਂ ਤੈਨੂੰ ਪਿਆਰ ਕਰ ਸਕੀਏ। ਔਰ ਪ੍ਰਭੂ ਕੱਲ ਜਦ ਅਸੀਂ 1000 ਸਾਲੇ ਰਾਜ ਦੇ ਲਈ ਲਿਖਤਾਂ ਨੂੰ ਲਵਾਂਗੇ, ਅੱਜ ਅਸੀਂ ਪ੍ਰਭੂ ਯਿਸੂ ਮਸੀਹ ਸਿਰਫ ਉਹਨਾਂ ਜਗ੍ਹਾਵਾਂ ਨੂੰ ਵੇਖ ਚੁੱਕੇ ਹਾਂ। ਪ੍ਰਭੂ ਤੂੰ ਸਾਡੇ ਜੀਵਨ ਤੇ ਕਿਰਪਾ ਕਰ ਦਵੀਂ, ਔਰ ਪ੍ਰਭੂ ਅੱਜ ਦੇ ਸੰਦੇਸ਼ ਸੁਣਨ ਵਾਲੇ ਤੇਰੇ ਸਾਰੇ ਸਰੋਤਿਆਂ ਵਾਸਤੇ, ਸਾਰੇ ਭਾਈਆਂ ਭੈਣਾਂ ਵਾਸਤੇ ਪ੍ਰਭੂ ਤੂੰ ਉਹਨਾਂ ਨੂੰ ਢੇਰ ਸਾਰੀ ਬਰਕਤ ਦਵੀਂ, ਤੂੰ ਉਹਨਾਂ ਦੇ ਨਾਲ ਹੋਵੀਂ। ਪ੍ਰਭੂ ਯਿਸੂ ਮਸੀਹ ਤੂੰ ਉਹਨਾਂ ਦੇ ਜੀਵਨ ਤੇ ਕਿਰਪਾ ਕਰੀ। ਤੇਰਾ ਸ਼ੁਕਰ ਹੋਵੇ, ਧੰਨਵਾਦ ਯਾਦ ਬੜਾ ਫਜ਼ਲ ਪ੍ਰਭੂ ਯਿਸੂ ਮਸੀਹ। ਸਾਰੀ ਦੁਨੀਆ ਦੇ ਲੋਕਾਂ ਲਈ ਦੁਆ, ਸਾਡੇ ਦੇਸ਼ ਲਈ ਦੁਆ, ਸਾਡੇ ਭੈਣਾਂ ਭਾਈਆਂ ਲਈ ਦੁਆ ਹੈ, ਜਿਹੜੇ ਪ੍ਰਭੂ ਤੇਰੇ ਵਚਨ ਦੇ ਚਾਹਵਾਨ ਨੇ। ਪ੍ਰਭੂ ਤੂੰ ਉਹਨਾਂ ਨੂੰ ਕਿਰਪਾ ਦੇ। ਤੇਰਾ ਸ਼ੁਕਰ ਹੋਵੇ। ਦੁਆ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ।